हम आप देखने लगे उर्दू की क्लास जी कुछ देर ਲਈ सर एक क्वेश्चन जी सर ਆਪਾਂ ਜਿੱਦਾਂ ਆਪ ਏਰੀਆ ਦਾ ਪਲਾਟ ਕਲੀਅਰ ਹੋਣ ਤੋਂ ਬਾਅਦ ਆਪਾਂ ਚਲੋ ਸਿਰਫ ਪ੍ਰਾਪਰਟੀ ਸੇਲ ਕਰ ਦਿੰਦੇ ਆ जी ਪ੍ਰਾਪਰਟੀ ਸੇਲ ਕਰਨ ਤੋਂ ਬਾਅਦ ਜੋ ਅਮਾਉਂਟ ਆ ਉਹਦਾ ਡਰਾਫਟ ਲੈ ਕੇ ਆਪਾਂ ਸਿਵਲ ਕੋਰਟ ਤੋਂ ਆਇਆ ਹੁੰਦਾ ਸਿਵਲ ਕੋਰਟ ਨੂੰ ਭੇਜ ਦਿੰਦੇ ਆ ਕਿ ਸਾਰੇ ਦਾ ਸਾਰਾ जी ਤੇ ਉਹਦੇ ਵਿੱਚ ਜਿਹੜਾ ਫਿਰ ਸੇਲ ਸਰਟੀਫਿਕੇਟ ਦਾ ਜੋ ਵੀ ਜਾਰੀ ਹੋਣਾ ਉਹ ਸਿਵਲ ਕੋਰਟ ਹੀ ਕਰੇਗੀ वो सिविल कोर्ट करेगी जिथों जिथों ऑर्डर आया जे ऑर्डर सिविल कोर्ट ने किया है ये ऑर्डर सिविल कोर्ट ने किया तो सिविल कोर्ट करेगी जे रेवेन्यू कोर्ट ने किया है ਉਸ ਡਿਪਾਰਟਮੈਂਟ ਨੂੰ ਭੇਜ ਦਿੰਦੇ हाँ वो कंसर्न डिपार्टमेंट ने करनी है ਹਾਂਜੀ ਠੀਕ ਹੈ हाँ जी ਸਰ ਇੱਕ ਕੋਸ਼ਿਸ਼ बाकी आप लास्ट कर रहे हैं क्वेश्चन आंसर ਅੱਜ ਆਪਾਂ ਉਰਦੂ ਦੀ ਕਲਾਸ ਲਗਾਣਾ ਹੈ ਜੀ ਆਪਾਂ ਕਰਾਂਗੇ ਕੱਲ ਆਪਾਂ ਪੇ 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 ਤੇ ਟੇ ਪੇ ਵਗੈਰਾ ਦੇ ਜਿਹੜੀ ਹੈਗੀ ਆਵਾਜ਼ਾਂ ਬਾਰੇ ਗੱਲ ਕਰੀ ਸੀਗੀ ਵੀ ਪੇ ਦਾ ਜਿਹੜਾ ਅਕਸ਼ਰ ਹੈ ਅੱਗੇ ਜਾ ਕੇ ਕਿਵੇਂ ਚੇਂਜ ਹੋ ਜਾਂਦਾ ਹੈ ਪੇ ਬੇ ਪੇ ਤੇ ਟੇ ਜਦੋਂ ਦੋ ਅਕਸ਼ਰ ਆਪਸ ਜੁੜਦੇ ਨੇ ਤਾਂ ਇੱਕ ਅਕਸ਼ਰ ਜਿਹੜਾ ਆਪਦੀ ਜਿਹੜੀ ਸ਼ੇਪ ਹੈ ਉਹ ਚੇਂਜ ਕਰ ਲੈਂਦਾ ਹੈ ਤਾਂ ਉਹ ਕਿਵੇਂ ਚੇਂਜ ਕਰਦਾ ਹੈ ਤੇ ਅੱਜ ਅਸੀਂ ਵੌ ਬਾਰੇ ਡਿਸਕਸ ਕਰਾਂਗੇ ਜੀ ਵੌ ਸਕਰੀਨ ਦੇਖੋ ਜਾ ਕੇ ਤੁਹਾਡੇ ਕੋਲੇ छोड़ी कर सकते आगे जी हाँ वो बस ठीक है अज असी वॉ के संबंध पढ़ांगे जी वॉ की आवाज किवें आती है कित्थे कित्थे वॉ यूज होंदा है वॉ की आवाज किस जगह ते किवें आती है जी वॉ की आवाज ये वॉ होंदा जी ठीक है जी देखो मान लो असीं लिखना है तोलो वर्ड लिखना है तोलो आपां किवें लिखां जी ए ते ए वॉ ठीक है जी ए ते ए वॉ ये लाम है जी ये लाम के नाल ही असीं फिर वॉ पाती ये तोलो बन गया जी मतलब कि दोबारा लिख के दाना एक बारी ये तोलो तो ये लाम ये तोलो बन गया ठीक है जी अगे असीं लिख के दिखांगे बोलो बोलो असीं किवें लिखांगे जी बे वॉ ये बे आ बन गई बे ये बॉ पै गया बो अगे लाम के नाल ही वॉ पै गया बोलो बन गया ठीक है जी असीं लिखांगे जानो 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 किवें लिखांगे जी ये जीम देखो छोटी बन गई इत्थे जीम नूं अल्फ पै गया जी जीम नूं अल्फ मतलब कन्ने की आवाज जीम अल्फ जा अगे नो ये इत्थे नून पावांगे नून ये वॉ पै गया जी आ नून बन गया ये जानो बन गया जी ठीक है अगे असीं लिखांगे मानो मानो
ਇੱਥੇ ਮੀਮ ਪਾ ਕੇ ਅਲਫ, ਮੀਮ ਪਾ ਕੇ, ਇਹ ਮੀਮ ਹੈ ਜੀ, ਇਹ ਅਲਫ ਹੈ, ਮਤਲਬ ਮਾਂ ਅੱਗੇ ਨੂਨ ਤੇ ਨਾਲ ਹੀ ਵਾਓ, ਮਾਰਨਾ। ਅੱਗੇ ਅਸੀਂ ਲਿਖਾਂਗੇ ਡਰੋ, ਮਤਲਬ ਅਸੀਂ ਜ਼ਿਆਦਾ ਤੌਰ ਤੇ ਅਸੀਂ ਇੱਥੇ ਯੂਜ਼ ਕਰ ਰਹੇ ਹਾਂ ਵਾਓ ਦੀ ਆਵਾਜ਼ ਕਿਵੇਂ ਆਉਂਦੀ ਹੈ, ਤੇ ਨਾਲ ਨਾਲ ਹੋਰ ਵੀ ਅਲਫ ਵਗੈਰਾ ਵੀ ਯੂਜ਼ ਹੋ ਰਹੀ ਹੈ। ਡਰੋ ਮਤਲਬ ਡਾਲ, ਰੇ, ਡਰ, ਇਹ ਪਾ ਦਾਂਗੇ ਵਾਓ, ਡਰੋ ਬਣ ਗਿਆ। ਠੀਕ ਹੈ ਜੀ। ਅਸੀਂ ਲਿਖਣਾ ਹੋਵੇ ਜੀ ਕਰੋ, ਕਿਵੇਂ ਲਿਖਾਂਗੇ ਜੀ, ਇਹ ਕਾਫ, ਇਹ ਨਾਲ ਹੀ ਰੇ ਪੈ ਗਈ, ਆਹ ਥੋੜਾ ਰੇ ਪੈ ਗਈ, ਇਹ ਉੱਪਰ ਕਾਫ ਆ ਗਿਆ, ਇਹ ਕਾਫ ਹੈ ਉੱਪਰ ਇੰਨਾ ਕੁ, ਇਹਦੇ ਥੱਲੇ ਰੇ ਆ ਗਈ, ਕਰ ਰੋ, ਅੱਗੇ ਪਾ ਦਾਂਗੇ ਅਸੀਂ ਵਾਓ, ਕਰੋ ਬਣ ਗਿਆ। ਠੀਕ ਹੈ ਜੀ। ਨੈਕਸਟ ਅਸੀਂ ਲਿਖਾਂਗੇ ਸੂਰਜ, ਸੂਰਜ ਅਸੀਂ ਲਿਖਾਂਗੇ ਦੇਖੋ, ਇਹ ਸੀਨ ਹੈ, ਇਹ ਵਾਓ ਹੈ, ਵਾਓ ਦੇ ਉੱਪਰ ਅਸੀਂ ਪਾ ਦਾਂਗੇ ਪੇਸ਼। ਆਪਾਂ ਪਹਿਲਾਂ ਪੇਸ਼ ਦੀ ਆਵਾਜ਼ ਪੜ੍ਹ ਕੇ ਹਟ ਗਿਆ, ਪਿੱਛੇ ਆਪਾਂ ਦੇਖਿਆ ਸੀ ਵੀ ਜੇ ਦਲੌਂਕੜ ਪਾਣਾ ਹੋਵੇ ਤਾਂ ਵਾਓ ਦੇ ਉੱਪਰ ਪੇਸ਼ ਪੈ ਜਾਂਦਾ ਹੈ। ਆ ਵਾਓ ਹੈ, ਵਾਓ ਦੇ ਉੱਪਰ ਪੇਸ਼ ਪੈ ਗਈ, ਇਹ ਦਲੌਂਕੜ ਦੀ ਆਵਾਜ਼ ਆ ਗਈ, ਇਹ ਸੀਨ ਹੈ, ਸੱਸੇ ਦੀ ਆਵਾਜ਼ ਹੈ, ਮਤਲਬ ਸੱਸੇ ਦਲੌਂਕੜ ਪੈ ਗਿਆ ਜੀ। ਇਹ ਸੂ ਰਸ, ਇਹ ਰੇ ਹੈ ਜੀ, ਉਲਟਾ ਪੇਸ਼ ਹੋਊਗਾ ਕਿ ਸਿੱਧਾ? ਜਿਵੇਂ ਮੈਂ ਪਾਇਆ, ਪੇਸ਼ ਤਾਂ ਪੈਂਦੀ ਏਦਾਂ ਹੈ ਜਿਵੇਂ ਆ ਪਾਇਆ, ਮਤਲਬ ਬਹੁਤ ਇਹ ਥੋੜਾ ਛੋਟਾ ਹੁੰਦਾ ਹੈ, ਬਹੁਤ ਥੋੜਾ ਵੱਡਾ ਹੁੰਦਾ, ਪਰ ਇੱਥੇ ਦੋ ਅਕਸ਼ਰ ਕਰਕੇ ਜਿਹੜਾ ਬਹੁਤ ਹੈ ਛੋਟਾ ਛੋਟਾ ਰਹਿ ਗਿਆ, ਪਰ ਜਿਹੜਾ ਪੇਸ਼ ਹੈ ਥੋੜਾ ਇੱਥੇ ਥੋੜਾ ਛੋਟਾ ਰਹਿ ਜਾਂਦਾ ਹੈ। ਮਤਲਬ ਕਿ ਵਾਓ ਦੇ ਉੱਪਰ ਜਦੋਂ ਅਸੀਂ ਪੇਸ਼ ਪਾ ਦਿੰਦੇ ਹਾਂ ਤਾਂ ਉਹ ਦਲੌਂਕੜ ਦੀ ਆਵਾਜ਼ ਦਿੰਦਾ ਹੈ, ਜਿਹੜਾ ਇਕੱਲਾ ਵਾਓ ਹੁੰਦਾ ਹੈ ਉਹ ਔਂਕੜ ਦੀ ਆਵਾਜ਼ ਦੇ ਦਿੰਦਾ ਹੈ। ਸੂਰਜ, ਠੀਕ ਹੈ ਜੀ। ਅੱਗੇ ਅਸੀਂ ਸੂਰਤ ਪਾਣਾ ਹੋਵੇ, ਸੂਰਤ, ਅਕਸ਼ਰ ਦਿਖ ਰਹੇ ਨੇ ਤਰੀਕੇ ਨਾਲ, ਵਧੀਆ ਤਰੀਕੇ ਤੁਹਾਨੂੰ ਸਕਰੀਨ ਤੇ? ਹਾਂਜੀ ਹਾਂਜੀ। ਓਕੇ, ਜੇ ਕੋਈ ਪ੍ਰੋਬਲਮ ਤਾਂ ਦੱਸ ਦਿਓ ਪਲੀਜ਼, ਹੈ ਨਾ। ਇਹ ਦੇਖੋ, ਇਹ ਸੀਨ ਪਾਵਾਂਗੇ ਅਸੀਂ, ਸੀਨ ਵਾਓ, ਇੱਥੇ ਪੇਸ਼ ਪਾ ਦਾਂਗੇ ਅਸੀਂ, ਫੇਰ ਉਹੀ ਪੇਸ਼ ਯੂਜ਼ ਹੁੰਦੀ ਹੈ। ਸੂ ਸੱਸਾ, ਸੱਸੇ ਨੂੰ ਦਲੌਂਕੜ ਪੈ ਗਈ, ਵਾਓ ਦੇ ਉੱਪਰ ਪੇਸ਼ ਪੈ ਕੇ ਸੱਸੇ ਨੂੰ ਦਲੌਂਕੜ ਬਣ ਗਈ, ਇਹ ਅੱਗੇ ਅੱਗੇ ਇਹ ਰੇ ਪੈ ਗਈ, ਸੂਰਤ, ਅੱਗੇ ਤੇ ਪੈ ਗਈ, ਇਹ ਸੂਰਤ ਬਣ ਗਿਆ ਜੀ। ਠੀਕ ਹੈ। ਅਸੀਂ ਡੋਲ ਪਾਣਾ, ਡੋਲ। ਮੈਂ ਬੜਾ ਸੌਖੇ ਤਰੀਕੇ ਨਾਲ ਸਮਝਾ ਰਿਹਾ ਤਾਂ ਕਿ ਤੁਹਾਨੂੰ ਜ਼ਿਆਦਾ ਹੋਣਾ ਹੋਵੇ, ਜੇ ਮੈਂ ਜ਼ਿਆਦਾ ਅੱਗੇ ਵੱਡਾ ਉਹ ਲੈ ਆਵਾਂਗਾ ਫਿਰ ਦੋ ਚਾਰ ਚਾਰ ਅਕਸ਼ਰ ਇਕੱਠੇ ਜੋੜਾਂਗੇ, ਫਿਰ ਉਹ ਕੁਝ ਕੋਈ ਨਹੀਂ ਸਮਝਣ ਲੱਗਦਾ ਹੈਗਾ। ਇਸ ਕਰਕੇ ਬਿਲਕੁਲ ਹੀ ਬੇਸਿਕ ਆ, ਕਿਉਂਕਿ ਲੈਂਗੁਏਜ ਦੀ ਸਟੱਡੀ ਹੈਗੀ ਹੈ, ਆਪਾਂ ਨੂੰ ਇਸ ਲੈਂਗੁਏਜ ਜਾਣਕਾਰੀ ਨਹੀਂ ਹੈਗੀ, ਇਸ ਕਰਕੇ ਮੈਂ ਬੇਸਿਕ ਤੋਂ ਪੜ੍ਹਾ ਰਿਹਾ ਬਿਲਕੁਲ। ਡੋਲ, ਕਈ ਸਾਥੀਆਂ ਨੂੰ ਤਾਂ ਤੁਹਾਡੇ ਨੂੰ ਵਿੱਚੋਂ ਸਾਰਾ ਕੁਝ ਆਉਂਦਾ ਹੋਏਗਾ, ਤੇ ਇਹ ਹੈਗਾ ਜੀ ਇਹ ਡੱਡਾ ਹੈ ਜੀ, ਡਾਲ, ਡਾਲ ਇੱਥੇ ਅੱਗੇ ਏਦਾਂ ਪੈ ਗਈ, ਇਹ ਵਾਓ ਪੈ ਗਿਆ, ਇਹ ਲਾਮ ਪੈ ਗਈ, ਇਹ ਡੋਲ ਬਣ ਗਿਆ ਜੀ। ਅੱਗੇ ਅਸੀਂ ਪਾਵਾਂਗੇ ਗੋਲ, ਗੋਲ ਕਿਵੇਂ ਲਿਖਾ ਜੀ, ਗਾਫ, ਗਾਫ ਦੇ ਨਾਲ ਹੀ ਵਾਓ, ਇਹ ਦੇਖੋ ਜੀ, ਇਹ ਗਾਫ ਬਣ ਗਈ, ਗਾਫ ਦੇ ਨਾਲ ਵਾਓ ਪੈ ਗਿਆ, ਇਹ ਨਾਲ ਲਾਮ ਪੈ ਗਈ, ਇਹ ਗੋਲ ਬਣ ਗਿਆ। ਠੀਕ ਹੈ ਜੀ। ਅੱਗੇ ਅਸੀਂ ਲਿਖ ਕੇ ਦੇਖਦੇ ਹਾਂ ਔਰ, ਦੇਖੋ ਅਲਫ, ਇਹਦੇ ਉੱਪਰ ਅਸੀਂ ਜ਼ਬਰ ਪਾਵਾਂਗੇ, ਜ਼ਬਰ, ਘਨੌਣ ਦੀ ਆਵਾਜ਼ ਲੈਣ ਲਈ। ਠੀਕ ਹੈ ਜੀ। ਵਾਓ ਦੇ ਉੱਪਰ
ਇਹ ਰੇ, ਇਹ ਬਣ ਗਿਆ ਔਰ। ਠੀਕ ਹੈ ਜੀ। ਹੁਣ ਅਸੀਂ ਪਾ ਕੇ ਦੇਖੀਏ ਕੌਣ। काफ, वॉ, पेश पै गई पर, नून। अगे चलांगे जी आप। सूरज निकला, मान लो लिखना है मान लो सूरज निकला, असी लिखना है सूरज असी पहला उपर पा के देखा सीगा। ठीक है जी। सूरज निकला, ये नून, ये नून, ये काफ नू कन्ना, यानी कि आ वाला। अगे लाम पावांगे, इसे नू लाम बना देंगे असी। यही साड़ी लाम बन गई अगे कि इनू फिर अल्फ पै गया। ये सूरज देखो, इनू निकला पाने के लिए असी इत्थे इनू सियारी भी लगा देंगे, यानी कि ये जेर पै गई। ये नन्ना नून, नून नू जेर, निक, ये काफ आ गई जी, आली काफ आ गई निक, ये मतलब कि ये साड़ी काफ आ गई नी, ये साड़ी फिर लाम आ गई, ये फिर अल्फ आ गई। देखो ये किन्ने वर्ड जुड़ गए, नून भी है, काफ भी है, लाम भी है, अल्फ भी है। मैं दोबारा लिख के दाना तुम, ये नून है, ये काफ है, यही साड़ी इत्थे लाम है, इनू असी अल्फ पा देने। ये नून है, इत्थे इत्थे असी इहदे स्याही पावांगे, ये निकला बन गया जी, ये लाम भी नाल विच ही आ गई। ठीक है जी, काफ दे नाल लाम है जुड़ गई, निकला बन गया। ठीक है जी। अगे असी लिखना होवे जे बात, बब्बे नू कन्ना तत्ता, बात लिखना होवे किवें लिखांगे जी। देखो आप कल बब्बे दे नाल अल्फ जोड़ के देखी सी कि किवें बनदा है। बब्बे दी जिहड़ी साउंड है, बब्बे दी जिहड़ी शेप है, वो ए आ देखो ए बब्बा सीगा, बब्बे नू ए अल्फ लग गई नाल, अगे तेल आ गई, ये ही बन गई बात। बात सुनो, बात सुनो, ये सीन है जी, ये वाव है, ये नू पेश लग गई, ये नून है, नून नू वॉ लग गया, बात सुनो बन गई। ये नून लग गया जी, नून नू वॉ लग गया, ये उपर पेश आ गई, सीन दे उपर पेश आ गई। ठीक है जी। ये सीन है, ये वाव है, बात सुनो। अगे आप लिख के दिखांगे सैर, मान लो सैर को सैर को चलो। ठीक है जी।
देखो सैर किवें पानी है, ये 3 वर्ड जुड़ जाएंगे, 3, ये सैर, ये रे, ये सीन, ये रे, सैर। को दा मतलब काफ बॉ को चलो, चलो किवें बनना, पहले चे पानी है सी, ये चे, ਇਹਦੇ ਨਾਲ ਹੀ ਇਹ ਲਾਮ ਆ ਗਈ, ਇਹ ਲਾਮ ਦੇ ਨਾਲ ਬੌ ਆ ਗਿਆ, ਇਹ ਚੇ ਪੈ ਗਈ, ਚੇ ਦੇ ਨਾਲ ਹੀ ਸਾਡੀ ਲਾਮ ਆ ਗਈ, ਲਾਮ ਦੇ ਨਾਲ ਹੀ ਬੌ ਆ ਗਿਆ, ਇਹ ਬਣ ਗਿਆ ਜੀ ਚਲੋ। ਠੀਕ ਹੈ ਜੀ। ਅੱਗੇ ਅਸੀਂ ਲਿਖ ਕੇ ਦੇਖਾਂਗੇ, ਮੰਨ ਲਓ वो मोर है, देखो वो किਵੇਂ लिखांगे जी, वो ਤੇ ਨਾਲ ਹੀ ਅਸੀਂ ਲਿਖ ਦਾਂਗੇ ਹਾਂ हे वो। मोर किਵੇਂ ਪਾਵਾਂਗੇ, मीम, मीम ਦੇ ਨਾਲ वो ਅੱਗੇ रे, मोर ਅੱਗੇ है, हे ਕਿਵੇਂ ਪਾਵਾਂਗੇ ਅਸੀਂ, ਇਹ हे ਛੋਟੀ ਬਣ ਕੇ ਐਦਾਂ हे ਬਣ ਜਾਂਦੀ ਹੈ ਜੀ, ਇਹ ਉੱਪਰ ਥੱਲੇ ਆ ਜਾਂਦੀ ਹੈ, हे ਬਣ ਗਈ हे, हे ਦੇ ਨਾਲ ਹੀ ਜਬਰ ਪਾ ਦਾਂਗੇ, है ਬਣ ਜਾਂਦੀ ਹੈ। ठीक है जी, मोर है। स्क्रीन अगे असीं लिख के दिखांगे, लोटा लो, लोटा लो, देखो लाम, लाम नाल बौ, लो टे दे नाल ही अल्फ, लोटा, लाम नूं वौ, टे नूं अल्फ करना बदल के, लोटा लो, लो सिंपल लाम ते नाल बौ, ये लाम है जी, ये वौ पै गया, लोटा लो। मतलब असं लिखना पौधा हरा है, पौधा हरा मैनू एक दसो, जिवें मैं हुण लाइव तुहाडे नाल लिख रहा, ये सिस्टम ठीक है, मैं पहला लिख के तुहानूं समझा दिया करा, वो ठीक है, ये दसो। ये ठीक है। किसी एक साथी ने सुझाव दिता सीगा भी तुसीं पहला लिख के रख लिया करो, मैनूं ऐ लगदा भी जे मैं नाल लिख रहा तुहानूं पता लगदा भी लिखिया किवें जांदा है जी। मैं तो ये स्क्रीन है मेरे को सेव हो जाएगी, मैं लिख के पहले भी रख सकदा, तुहानूं समझा भी सकदा, पर जे आपां लाइव लिख रहे हैं तो तुसीं लिखदे होए देख रहे हो भी किवें लिखिया जा रहा है, वर्ड जुड़ते किवें ने वर्ड आपस दे विच, ये शायद मेरे ख्याल ज़्यादा बेटर होएगा, बाकी जिवें तुसीं कहोगे मैं उदां हो जाएगा। ये ठीक है तरीका। पौधा देखो, पौधा ये पे है जी, पे दे नाल वो पै गया, ये दाल पै गई, ये पौधा बन गया हरा। देखो हरा किवें पैंदे है, ये हे पै जांदा है, इहदे नाल ही ये रे पै जांदा है, ये हे पै गया, आ उपरला जिहड़ा इन्ना वर्ड है ये हे है, ये थल्ले जिहड़ा पिया रे है, इहदे नाल ही असीं पा दांगे अल्फ, ये हरा बन गया। है नूं असीं किवें पाना है, ये जिहड़ी थल्ले पई ये वड्डी जे है, ये जिहड़ी हैगी है ये वड्डी जे है, इहनूं जो दलावां पाणियां ने असीं तां इहदे उपर असीं जबर पा दांगे, जबर। हे ते है ते फर्क है ना जी, जो तुसीं हे लिखदे आ तां असीं जबर नहीं पांदे। माइक बंद करना जी प्लीज, माइक बंद करना। देखो जे असीं लिखांगे हे, किते असीं हे पढ़ने आ, किते असीं है यूज करदे आ, जदों असीं हे यूज करने तां असीं जबर नहीं पानी,
जो ਅਸੀਂ ਹੈ ਲਿਖਣਾ ਹੈ ਇਕੱਲਾ ਤਾਂ ਅਸੀਂ ਜ਼ਬਰ ਪਾਣੀ ਹੈ, ਜੋ ਮਤਲਬ ਕਿ ਦਲਾਵਾਂ ਦੀ ਆਵਾਜ਼ ਸਾਨੂੰ ਚਾਹੀਦੀ ਹੈ ਤਾਂ ਅਸੀਂ ਇਹ ਜ਼ਬਰ ਪਾਵਾਂਗੇ ਉੱਪਰ। ਠੀਕ ਹੈ ਜੀ, ਪੌਦਾ ਹਰਾ ਹੈ। ਜ਼ਬਰ ਦਾ ਪੇਸ਼ ਤੇ ਸਰ ਕੋਈ ਅੰਤਰ ਨਹੀਂ, ਜ਼ਬਰ ਦਾ ਆ ਪੇਸ਼ ਦੇ ਵਿੱਚ ਕੋਈ ਦੋਨਾਂ 'ਚ ਫਰਕ ਹੈਗਾ? ਨਹੀਂ ਨਹੀਂ, ਪੇਸ਼ ਤਾਂ ਔਂਕੜ ਦਲੌਂਕੜ ਲਈ ਯੂਜ਼ ਹੁੰਦੀ ਹੈ, ਦਲੌਂਕੜ ਲਈ, ਇਹ ਦਲਾਵਾਂ ਲਈ ਯੂਜ਼ ਹੁੰਦੀ ਹੈ। ਦੇयर इज टू मेनी डिफरेंस, ਟੋਟਲੀ ਵੱਖਰਾ ਡਿਫਰੈਂਸ ਹੈਗਾ। ਜ਼ਬਰ ਅਸੀਂ ਪਾਉਂਦੇ ਹਾਂ ਇਹਦੇ ਲਈ, ਦਲਾਵਾਂ ਲਈ। ਅੱਗੇ ਅਸੀਂ ਲਿਖ ਕੇ ਦੇਖਾਂਗੇ ਜੁੱਤਾ ਕਾਲਾ ਹੈ। ਦੇਖੋ ਪੈਨ ਦੀ ਮੋਟਾਈ ਠੀਕ ਹੈ ਜੀ, ਇਹ ਮੈਂ ਕਿਹਾ ਜੋ ਲਿਖਿਆ ਜਾ ਰਿਹਾ ਪੈਨ ਦੀ ਮੋਟਾਈ ਠੀਕ ਹੈ ਜਾਂ ਪਤਲਾ ਕਰੀ ਜਾਂ ਮੋਟਾ ਠੀਕ ਹੈ। ਠੀਕ ਹੈ ਬਿਲਕੁਲ, ਮਤਲਬ ਕਿ ਇਹਦੇ ਚ ਸੁਵਿਧਾ ਹੈਗੀ ਹੈ, ਤੁਸੀਂ ਇਹਨੂੰ ਜਿੰਨਾ ਮਰਜ਼ੀ ਪਤਲਾ ਕਰ ਸਕਦੇ ਹੋ, ਜਿੰਨਾ ਮਰਜ਼ੀ ਮੋਟਾ ਕਰ ਸਕਦੇ ਹੋ। ਜੁੱਤਾ ਕਾਲਾ ਹੈ। ਦੇਖੋ ਜੁੱਤਾ ਪਾਉਣ ਦੇ ਲਈ ਕੀ ਪਾਵਾਂਗੇ ਜੀ, ਅਸੀਂ ਜੀਮ ਪਾਵਾਂਗੇ, ਬੌ ਪੈ ਗਿਆ ਨਾਲ ਹੀ, ਇਹ ਜੀਮ ਬਣ ਗਈ। ਇਹਨੂੰ ਦਲੌਂਕੜ ਪਾਉਣ ਦੇ ਲਈ ਸਾਨੂੰ ਫਿਰ ਉਹੀ ਜ਼ਬਰ ਪਾਣੀ ਪੈ ਗਈ। ਦੇਖੋ ਤੁਹਾਨੂੰ ਬੇਸਿਕ ਜੋ ਸਮਝ ਆ ਗਈ ਨਾ, ਜੇ ਤੁਹਾਨੂੰ ਇਹਦੀਆਂ ਲਗਾ ਮਾਤਰਾ ਜਿਹਨੂੰ ਕਿ ਰਾਬ ਆਪਣਾ ਇਹਨੂੰ ਅਰਾਬ ਬੋਲਦੇ ਅਸੀਂ, ਅਰਾਬ ਜਦੋਂ ਸਮਝ ਲੱਗੇ, ਇਕੱਲੇ ਇਕੱਲੇ ਅਰਾਬ ਦੀ ਜਦੋਂ ਸਮਝ ਲੱਗੀ ਫਿਰ ਕੋਈ ਦਿੱਕਤ ਨਹੀਂ ਆਣੀ ਹੈਗੀ ਜਦੋਂ ਆਪਾਂ ਯੂਜ਼ ਕਰਦੇ ਹਾਂ। ਜੀਮ, ਜੀਮ ਨੂੰ ਬਹੁਤ ਉੱਪਰ ਜ਼ਬਰ, ਦਲੌਂਕੜ ਦੀ ਆਵਾਜ਼ ਆ ਗਈ। ਜੁੱਤਾ ਕਾਲਾ ਹੈ। ਦੇਖੋ ਕਾਲਾ ਕਿਵੇਂ ਪਾਣਾ ਅਸੀਂ, ਇਹ ਦੇਖੋ ਜੀ, ਇਹ ਕਾਫ ਹੈ, ਇਹ ਅਲਫ ਹੈ। ਠੀਕ ਹੈ ਜੀ, ਇਹ ਕਾਫ ਹੈ ਇਧਰਲਾ, ਇਹ ਅਲਫ ਹੈ, ਕਾ ਲਾ। ਇਹ ਲਾਮ ਪਾਵਾਂਗੇ ਇੱਥੇ ਨਾਲ ਅਸੀਂ, ਇਹ ਲਾਮ ਹੈ, ਇਹਦੇ ਨਾਲ ਹੀ ਅਸੀਂ ਇਹਦੇ ਅਲਫ ਜੋੜ ਦਾਂਗੇ ਇੱਥੇ। ਠੀਕ ਹੈ ਜੀ, ਕਾਲਾ ਹੈ। ਦੇਖੋ ਠੀਕ ਹੈ ਜੀ, ਸੱਚ ਸੱਚ ਬੋਲੋ। ਮੰਨ ਲਓ ਅਸੀਂ ਲਿਖਣਾ ਹੈ सच सच बोलो। इत्थे सीन ते चे नूं असीं जोड़ांगे, किवें जोड़ना है देखना है। सच सस्सा सीन ते चे नूं जोड़ना है, किवें जोड़दा है जी देखो, इत्थे ये पै गई उपर सीन, ये पै गई चे, देखो ऐ पाएगा जी, ये सीन इत्थों जुड़ गई इहदे नाल उपरले पासे, मतलब कि सीन दी जिहड़ी सीन का जिहड़ा पार्ट है कला उपरला उपरला ही रह गया, जिहड़ा थल्ला पार्ट से खत्म हो गया। ठीक है जी, सच देखो सच बोलो, ये बे पावांगे जी, बे जो देखो इत्थे आके बे ने अपनी छोटी जी बे रह गई, बे आप कितनी बड़ी पाते हैं पहला असल च। ठीक है, बे आप ऐ पाने, ठीक है, इत्थे आके बे ऐ रह गई। बो लो लाम नारी बो। ठीक है जी, अगे असीं देख के देखते हैं कम। ये उर्दू के वर्ड ने जी, उस नहीं आप यूज किए पे पंजाबी दे विच, कम मत तोलो। देखो किवें पावांगे असीं, ये काफ आ रहा है, ये मीम बन गई, ये काफ कंप्लीट हो गया। ठीक है जी, मत ये मीम पाके मीम दे नाल ही ये ते जुड़ गई जी, देखो मत। तोलो ये ते पै गया, ते दे नाल वौ पै गया, ये लाम पावांगे, लाम दे नाल वौ पावांगे, तोलो।
ठीक है जी। अगे से रब का नाम लिया करो, इन्हें लिखा हुआ थे रब का नाम ये जो मैं लिख रहा जी, मैं गिलास के उपर लिख रहा। गिलास का जो ਤੁਹਾਡੇ ਕੋਲੇ ਸਕਰੀਨ ਤੇ ਗਲਾਸ ਤੇ ਆਂਦਾ है, मैं थोड़ा ਜਿਹਾ मेरी भी प्रैक्टिस जी घट है कि वो टैक्नोलॉजी नवी यूज कर रहे हैं। जो जो हथ खुलेगा तो लिखने की जी स्पीड है वो बढ़ेगी। रब देखो इतने जोड़ने की लोड़ नहीं पई सानू। रब अगे आ काफ है जी, बड़े सिंपल जी तरीके नाल तुहानू लिखना आ जाऊगा। रब जिवें मैं लिख रहा तुसीं इदां लिखना है, रब का नाम। नाम किवें पैना जी, नून दे नाल अल्फ अगे मीम, नाम। लिया ये देखो ये ले लाम है, ये नाल ही ये पैगी, ये लाम है, लाम नूं सिहारी पैगी, ये जे पैगी, ये अल्फ पैगी। ठीक है जी, ये लाम है, लाम के नाल ये ये पैगी। आ ये दो बिंदियां लईआं ने ये पैंदियां जी हत्थां ते, जिथे भी सानू आड़ा या ये दी आवाज आती है उत्थे दो बिंदियां थल्ले लगा देने। ये शो करती है, ये शो करती है, ये अल्फ नूं शो करती है। मतलब ये सिहारी पैगी जिहड़ी हैगी है जेर, जेर सिहारी पैगी। लिया करो, देखो ये ऐ पाना जी, ये रे पैंदी है इत्थे तुहाडी, ये तुहाडी इहदे नाल काफ पूरी हो जाती है। इत्थे ये काफ हो गई उपरले पासे, ये रे पै गई, ये नाल इहदी बॉल है जी। अज का जिहड़ा चैप्टर है जी उर्दू का इत्थे असीं खत्म करते हैं। हुण जे कोई किसी का कोई क्वेश्चन हैगा तो कर सकदा है। सर एक थोड़े जिहा अक्षर मोटे करिया करो। है जी, अक्षर थोड़े सा मोटे लिखा करो। होर मोटे इस तरह दी हाँ जी, हाँ जी। ओके हो जाएगा, ठीक है ठीक है। किसी का कोई क्वेश्चन है जी, जो चैप्टर पढ़ा अपन ने लैंड रेवेन्यू एक्ट का, रिकवरी ऑफ लैंड रेवेन्यू, उसके संबंध में कोई चैप्टर कोई क्वेश्चन आया तो कर सकता है। वैसे तुसी आ जी पंजाबी की बुक हैगी है ना, ये इंग्लिश की बुक दे जिहड़ा पल्ले घट पैंदा है ते तुहाडे कोले बुक्स बुक दा नाम दस्सिओ सर, बुक दा नाम दस्सिओ ਇਹਦਾ। ये बुक मेरी ही रेटिंग है, मैं ही दा ऑथर हां। देखो पीछे मेरी फोटो लगी हुई है। ये जिहड़ा तुहाडा ये वाला चैप्टर है जी, उर्दू किहਦੇ ਤੋਂ ਪੜ੍ਹਾ ਰਹੇ ਜੀ? है जी उर्दू किहਦੇ ਤੋਂ ਪੜ੍ਹਾ ਰਹੇ? उर्दू हाँ जी। उर्दू के रिकॉर्ड तो पढ़ा रहे हैं, उर्दू के लेक्चर बने हुए हैं। सर ਉਹ ਕਿਤਾਬ ਦਾ ਨਾਮ ਦੱਸਿਆ ਨਾ ਕਿਹੜੀ ਆ? केड़ी दा उर्दू दा? हाँ जी। उर्दू के मेरे को लेक्चर बने हुए हैं पुराने, देखो ना सारे लेक्चर बने हुए ने। अच्छा जी। हाँ ये ਵੱਖ-ਵੱਖ ਕਹਿਣਿਆਂ ਦੇ ਜੋੜ ਦੇ ਨਾਲ, ਵੱਖ-ਵੱਖ ਬੁੱਕਸ ਦੇ ਨਾਲ ਜੋੜ ਕੇ ਇਹ ਲੈਕਚਰ ਬਣੇ ਹੋਏ ਨੇ। ਇਹ ਮੈਂ ਤੁਹਾਨੂੰ ਜਿਹੜਾ ਵੀ ਪੜਾਉਣਾ ਮੈਂ ਉਹ ਲੈਕਚਰ ਨਾਲ ਦੇ ਨਾਲ ਤੁਹਾਨੂੰ ਵਿੱਚ ਪਾ ਦਾਂ, ਤਾਂ ਕਿ ਜੇ ਤੁਹਾਨੂੰ ਕੋਈ ਸਮਝ 'ਚ ਕੋਈ ਦਿੱਕਤ ਆਈ ਹੈ ਤਾਂ ਤੁਸੀਂ ਉਹ ਲੈਕਚਰ ਨੂੰ ਦੇਖ ਕੇ ਤੁਸੀਂ ਉਸ ਨੂੰ ਉਰਦੂ ਨੂੰ ਕਲੈਰੀਫਾਈ ਕਰ ਸਕਦੇ ਹੋ ਆਪਣੀ। ਠੀਕ ਹੈ ਜੀ। ਸਰ ਜਿਸ ਤਰ੍ਹਾਂ ਕੱਲ ਆਪਾਂ ਹਰੂਪ ਜੋੜ ਕੇ ਬਣਾ ਰਹੇ ਸੀ, ਉਹ ਸਿਸਟਮ ਸਭ ਠੀਕ ਨਹੀਂ ਜੀ ਤੇਰੇ ਨਾਲ? ਕਿਹੜਾ ਜੀ? ਜਿਸ ਤਰ੍ਹਾਂ ਕੱਲ ਤੁਸੀਂ ਪੜਾਇਆ ਮੇਰਾ ਜੀ, ਅੱਖਰ ਨੂੰ ਅੱਖਰ ਨਾਲ ਜੋੜ ਕੇ ਹਰੂਪ ਜੋੜ ਕੇ, ਜਿਵੇਂ ਅੱਜ ਜੋੜਿਆ ਆਪਾਂ ਨੇ, ਇਹ ਜਿਹੜਾ ਕੱਲ ਸੀਗਾ ਜੀ। ਉਹ ਤਾਂ ਫਿਰ ਇਹ ਦੱਸਿਆ ਸੀ ਵੀ ਜੋੜਨ ਦਾ ਜਿਹੜਾ ਤਰੀਕਾ ਕੀ ਹੈ। ਹੁਣ ਆਪਾਂ ਉਹ ਤਾਂ ਸਿਰਫ ਦੋ ਅੱਖਰਾਂ ਨੂੰ ਜੋੜਨ ਦਾ ਸੀ, ਹੁਣ ਫਿਰ ਤਿੰਨ ਤਿੰਨ ਅੱਖਰ ਆ ਗਏ। ਇਹ ਨੈਕਸਟ ਲੈਸਨ ਹੈ ਨਾ, ਫਿਰ ਅੱਗੇ ਵੀ ਤਾਂ ਵਧਣਾ ਆਪਾਂ ਨੇ। ਠੀਕ ਹੈ। ਉਹ ਤਾਂ ਦੋ ਅੱਖਰਾਂ ਨੂੰ ਜੋੜ ਕੇ ਦਿਖਾਇਆ ਸੀਗਾ, ਅੱਜ ਆਪਣੇ ਕੋਲ ਤਿੰਨ ਤਿੰਨ ਅੱਖਰ ਆ ਗਏ, ਜਿਵੇਂ ਆਪਾਂ ਤਿੰਨ ਤਿੰਨ ਅੱਖਰਾਂ ਨੂੰ ਕਿਵੇਂ ਜੋੜ ਰਹੇ ਹਾਂ। ਇੱਕ ਸਾਰੇ ਪੁੱਛਣਾ ਸੀ ਕੁਐਸਚਨ ਵੀ ਜਿਹੜੇ ਨੀਲਾਮੇ ਜਿਹੜੀ ਆਪਣੀ ਨੀਲਾਮੇ ਹੋਣੀ ਹੈ ਉਹਦੀ ਕਲੈਕਟਰ ਦੀ ਪਾਵਰ ਐਸਡੀਐਮ ਡੇਟ ਫਿਕਸ ਕਰੇਗਾ ਜਾਂ ਕਮਿਸ਼ਨਰ ਜਾਂ ਜਿਹੜਾ ਮਨਜ਼ੂਰੀ ਦੇਗਾ? ਤੁਸੀਂ ਡੇਟ ਫਿਕਸ ਕਰਨੀ ਹੈ ਜੀ, ਰੈਵਨਿਊ ਆਫਿਸਰ ਨੇ ਕਰਨੀ ਹੈ, ਨਾ ਕਲੈਕਟਰ ਨੇ ਕਰਨੀ ਹੈ, ਨਾ ਕਲੈਕਟਰ ਨੇ ਕਰਨੀ ਹੈ, ਨਾ ਕਮਿਸ਼ਨਰ ਨੇ ਕਰਨੀ ਹੈ, ਨਾ ਐਕਸਡੀਆਰ ਨੇ ਕਰਨੀ ਹੈ। ਰੈਵਨਿਊ ਆਫਿਸਰ ਇਜ਼ ਅਥੋਰਾਈਜ਼ਡ ਟੂ ਫਿਕਸ ਦ ਡੇਟ, ਕਿਉਂਕਿ ਨੋਟਿਸ ਤੁਸੀਂ ਜਾਰੀ ਕਰਨਾ ਹੈ, ਨੋਟਿਸ ਤੁਸੀਂ ਜਾਰੀ ਕਰਨਾ ਹੈ। ਤੁਸੀਂ ਨੋਟਿਸ ਜਾਰੀ ਕਰਨੇ ਆ, ਮਨਾਦੀ ਤੁਸੀਂ ਕਰਨੀ, ਡਾਕਟਰ ਹੋ ਜਾਣਾ ਜਾਂ ਤੁਸੀਂ ਰੱਦ ਕਰਵਾਉਣੀ ਹੈ। ਜਦੋਂ ਤੁਸੀਂ ਨੋਟਿਸ ਜਾਰੀ ਕਰਨਾ ਹੈ ਤਾਂ ਤੁਸੀਂ ਇਹ ਦੇਖਣਾ ਵੀ ਜਿਹੜਾ ਮੈਂ ਨੋਟਿਸ ਜਾਰੀ ਕਰ ਰਿਹਾ ਇਹਦੀ ਰਫਟ ਹੋ ਜਾਣ ਜਾਂ ਕਦੋਂ ਦਰਜ ਹੋ ਸਕਦੀ ਹੈ।
ਠੀਕ ਹੈ। ਰਫ ਪ੍ਰੋਜੈਕਟ ਦਾ ਜੋ ਦਰਦ ਤੁਹਾਡੀ ਹੁੰਦੀ ਹੈ ਤੇ ਪੇਸਟਿੰਗ ਹੁੰਦੀ ਹੈ ਤੁਹਾਡੀ ਨੋਟਿਸ ਬੋਰਡ ਤੇ, ਘੱਟੋ ਘੱਟ 30 ਦਿਨ ਦਾ ਸਮਾਂ ਹੋਰ ਚਾਹੀਦਾ ਹੈਗਾ ਡੇਟ ਆਫ ਆਕਸ਼ਨ ਦਾ। ਮਤਲਬ ਕਿ ਦੇਖੋ ਪ੍ਰੈਕਟੀਕਲੀ ਅਸੀਂ ਇਹ ਦੇਖ ਲਈਏ, ਜਿਵੇਂ ਕਿ ਅਸੀਂ ਦੇਖਦੇ ਹਾਂ ਜਦੋਂ ਤੁਹਾਡੇ ਕੋਲ ਕੇਸ, ਤੁਸੀਂ ਆਫੀਸਰ ਬਣਨਾ, ਤੁਸੀਂ ਦੇਖਣਾ ਜਦੋਂ ਤੁਸੀਂ ਪਿੰਡਾਂ 'ਚ ਮਨਾਦੀ ਕਰਾਉਣੀ ਹੈ ਤੇ ਮਨਾਦੀ ਦਾ ਜਿਹੜਾ ਸਮਾਂ ਤੁਸੀਂ ਭੇਜਦੇ ਹੋ ਤਾਂ ਉਹਦੇ ਵਿੱਚ ਵੀ 30 ਡੇਜ਼ ਤੁਹਾਡੇ ਕੋਲ ਚਾਹੀਦੇ ਹੁੰਦੇ ਵੀ, ਘੱਟੋ ਘੱਟ ਸਮਾਂ ਮਿਲਣਾ ਚਾਹੀਦਾ ਬੰਦੇ ਨੂੰ ਮਨਾਦੀ ਹੋਣ ਤੋਂ ਉਪਰੰਤ। ਤੇ ਕਈ ਵਾਰ ਤਾਂ ਇਹ ਹੁੰਦਾ ਵੀ ਜਿਹੜਾ ਸਾਡਾ ਪਰਚਾ ਹੁੰਦਾ, ਸੰਮਨ ਹੁੰਦਾ ਮਨਾਦੀ ਦਾ, ਉਹੀ 10-10 ਦਿਨ ਸਾਡੇ ਫੀਲਡ ਸਟਾਫ ਦੇ ਵਿੱਚ ਜਾਂਦੇ ਲੱਗ ਜਾਂਦਾ ਹੈਗਾ। ਅਸੀਂ ਸੰਮਨ ਜਾਰੀ ਕਰਦੇ ਹਾਂ ਤਾਂ ਇਹ ਨਹੀਂ ਪਤਾ ਲੱਗਦਾ 4 ਦਿਨ ਸਾਡੇ ਰੀਡਰ ਨੇ ਨਾ ਭੇਜਿਆ ਹੋਵੇ ਹੈ ਜੀ, ਫਿਰ 2 ਦਿਨ ਅੱਗੇ ਸੇਵਾਦਾਰ ਕੋਲ ਰਹਿ ਜੇ, ਫਿਰ ਪਟਵਾਰੀ ਹਲਕੇ ਕੋਲੇ ਪਹੁੰਚੇ, ਤੇ ਇਸੇ ਗੱਲ ਨੂੰ ਕਈ ਵਾਰੀ 10 ਦਿਨ ਲੱਗ ਜਾਂਦੇ ਨੇ। ਇਸੇ ਕਰਕੇ ਕੀ ਹੁੰਦਾ ਹੈਗਾ, ਜਿਹੜਾ ਇਹ ਤੁਸੀਂ ਸੰਮਨ ਭੇਜਣਾ ਹੈਗਾ ਇਹ 30 ਡੇਜ਼ ਨਹੀਂ, ਇਹ ਘੱਟੋ ਘੱਟ 1.5 ਮਹੀਨਾ ਜਾਂ 2 ਮਹੀਨੇ ਰੱਖ ਕੇ ਚੱਲਣਾ ਚਾਹੀਦਾ ਸਾਨੂੰ, ਤਾਂ ਕਿ ਜਿਹੜਾ ਪ੍ਰੋਸੈਸ ਹੈ ਅਡਾਪਟ ਕਰਦੇ ਕਰਦੇ ਸਾਡਾ 30 ਡੇਜ਼ ਤਾਂ ਰਹਿਣੇ ਹੀ ਚਾਹੀਦੇ ਨੇ। ਠੀਕ ਹੈ ਜੀ। ਸਰ ਤੁਹਾਡੇ ਕੋਲ ਜਿਹੜੀ ਕਿਤਾਬ ਹੈ ਉਹਦਾ ਨਾਮ ਦੱਸਣਾ ਸਰ ਕਿਹੜਾ ਹੈ? ਇਹ ਹੈ ਜ਼ਮੀਨ ਦਾ ਇੰਤਕਾਲ, ਨਿਸ਼ਾਨਦੇਹੀ, ਮਾਲਕੜ ਬਾਰੇ ਜਾਣਕਾਰੀ। ਤੁਸੀਂ ਇਹਨੂੰ Amazon ਤੋਂ ਮੰਗਾ ਸਕਦੇ ਹੋ, ਠੀਕ ਹੈ। ਨਹੀਂ ਤਾਂ ਤੁਸੀਂ ਐਡਰੈਸ ਭੇਜ ਦਿਓ, ਮੈਂ ਪਬਲਿਸ਼ਰ ਨੂੰ ਤੁਹਾਡਾ ਐਡਰੈਸ ਭੇਜ ਦਾਂਗਾ, ਤੁਸੀਂ ਉਹ ਪਬਲਿਸ਼ਰ ਤੁਹਾਡੇ ਐਡਰੈਸ ਤੇ ਵੀ ਆ ਸਕਦੀ ਹੈ। ਸਾਡੇ ਤੁਸੀਂ ਇਹ ਤੇ ਭੇਜ ਦਿਓ ਤੇ ਮੋਬਾਈਲ ਤੇ ਤੁਸੀਂ ਆਪਣਾ ਐਡਰੈਸ ਭੇਜ ਸਕਦੇ ਹੋ ਤੇ ਤੁਸੀਂ ਉਸ ਐਡਰੈਸ ਤੇ ਵੀ ਤੁਹਾਡੇ ਕੋਲ ਆ ਜਾਏਗੀ, ਜਾਂ ਤੁਸੀਂ Amazon ਤੇ ਤੁਹਾਨੂੰ ਲਿੰਕ ਭੇਜ ਦਾਂਗੇ, ਲਿੰਕ ਅਸੀਂ ਭੇਜਿਆ ਹੋਇਆ ਉਹ ਸ਼ਾਇਦ Amazon ਤੇ ਵੀ ਅਵੇਲੇਬਲ ਹੈਗੀ ਹੈ, Amazon ਤੋਂ ਵੀ ਮਿਲ ਜਾਂਦੀ ਹੈ, ਜਿਵੇਂ ਤੁਹਾਨੂੰ ਸੁਵਿਧਾ ਹੈਗੀ ਹੈ। ਜਦ ਤਾਂ Paytm 'ਚ ਪੇਮੈਂਟ ਜਮ੍ਹਾਂ ਹੋ ਜਾਂਦੀ ਹੈ, ਤੁਸੀਂ ਡਾਇਰੈਕਟ ਮੰਗਵਾ ਸਕਦੇ ਹੋ। ਸਾਡੇ ਕੋਲ ਐਡਰੈਸ ਭੇਜ ਕੇ ਅਸੀਂ ਤੁਹਾਡਾ ਜਿਹੜਾ ਐਡਰੈਸ ਹੈ ਕੰਸਰਨਡ ਪਰਸਨ ਕੋਲ ਭੇਜ ਦਿੰਦੇ ਹੁੰਦੇ ਆ, ਉਹ ਤੁਹਾਨੂੰ ਪਬਲਿਸ਼ ਤੁਹਾਨੂੰ ਡਿਸਪੈਚ ਕਰ ਦਿੰਦੇ ਆ। ਉਹ 2-3 ਦਿਨ 'ਚ ਆ ਜਾਂਦੀ ਹੈ। Amazon ਤੋਂ ਮੰਗਾ ਰਹੇ ਹੋ, ਮੈਂ Amazon ਤੋਂ ਵੀ ਮੰਗਾ ਸਕਦੇ ਹੋ, ਉਹਦੇ ਲਈ ਥੋੜਾ ਜਿਹਾ ਸਮਾਂ ਜ਼ਿਆਦਾ ਹੋ ਜਾਂਦਾ ਹੈ। ਠੀਕ ਹੈ ਜੀ। ਥੈਂਕ ਯੂ ਵੈਰੀ ਮਚ। ਕਲਾਸ ਇਜ਼ ਓਵਰ। ਥੈਂਕ ਯੂ।